ਤੇ ਭਗਤ ਜੀ ਉਹਨੂੰ ਯੋਗ ਮਾਰਗ ਬਾਰੇ ਦੱਸਦੇ ਹੋਏ ਕਥਨ ਕਰਦੇ ਹਨ। ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਤਹ ਤੁਮ ਮਿਲ ਕੈ ਕਰੋ ਵਿਚਾਰ। ਕਹਿੰਦੇ ਭਾਈ ਸ਼ਿਵ ਕਲਿਆਣ ਸਰੂਪ ਜੋ ਪਰਮਾਤਮਾ ਦੀ ਦਸਮ ਦਵਾਰ ਰੂਪੀ ਪੂਰੀ ਨਗਰੀ ਵਿੱਚ ਜਿਹੜੀ ਸਾਰ ਕੀ ਸ੍ਰੇਸ਼ਟ ਬੁੱਧ ਮੱਤ ਵਾਲੇ ਜੋਗੀ ਵਸਦੇ ਹਨ। ਤਹ ਤੁਮ ਮਿਲ ਕੈ ਕਰੋ ਵਿਚਾਰ। ਕਹਿੰਦੇ ਉਹਨਾਂ ਜੋਗੀਆਂ ਨਾਲ ਤੂੰ ਮਿਲ ਕੇ ਯੋਗਾ ਅਭਿਆਸ ਦੀ ਵਿਚਾਰ ਕਰੋ। ਅੱਗੋਂ ਪ੍ਰਸ਼ਨ ਕੀਤਾ, ਉਹਨੇ ਸਵਾਲ ਪੁੱਛਦਾ, ਕਬੀਰ ਜੀ ਤੁਹਾਡੇ ਤੋਂ ਬਿਨਾਂ ਅਸੀਂ ਹੋਰ ਕਿਸ ਨੂੰ ਪੁੱਛਣਾ ਕਰੀਏ, ਕਿਰਪਾ ਕਰਕੇ ਤੁਸੀਂ ਦੱਸਣਾ ਕਰੋ। ਜੋਗੀ ਨੂੰ ਭਗਤ ਕਬੀਰ ਜੀ ਅੱਗੇ ਉੱਤਰ ਦਿੰਦੇ ਹਨ। ਈਤ ਊਤ ਕੀ ਸੋਝੀ ਪਰੈ। ਭਾਈ ਜੇ ਕਰਕੇ ਇਸ ਚੰਦਰਮਾ ਦੀ ਜਿਹੜੀ ਇੜਾ ਸੁਰ ਨੂੰ ਖੱਬੀ ਨਾਸਿਕਾ ਦੁਆਰਾ ਅਤੇ ਊਤ ਕਹੀਏ ਉਸ ਭਾਵ ਸੂਰਜ ਦੀ ਪਿੰਗਲਾ ਸੁਰ ਨੂੰ ਸੱਚੀ ਨਾਸਿਕਾ ਦੁਆਰਾ ਪ੍ਰਾਣ ਚੜਾਉਣਾ ਅਤੇ ਸੁਖਮਨਾ ਨਾੜੀ ਦੁਆਰਾ ਪ੍ਰਾਣ ਟਿਕਾਉਣ ਕੀ ਇਹ ਸੋਝੀ ਸਮਝ ਪੈ ਜਾਵੇ। ਕੌਣ ਕਰਮ ਮੇਰਾ ਕਰ ਕਰ ਮਰੈ। ਕਹਿੰਦੇ ਫਿਰ ਕੌਣ ਕਿਹੜਾ ਕਰਮ ਕਾਂਡਾਂ ਨੂੰ ਮੇਰ ਤੇਰ ਕਰਕੇ ਮਰਦਾ ਫਿਰੇ। ਇਸ ਯੋਗ ਨਾਲ ਹੀ ਕਾਰਜ ਸਿੱਧ ਹੋ ਜਾਵੇਗਾ, ਭਾਵ ਚਿੱਤ ਦੀ ਬਿਰਤੀ ਦਾ ਨਿਰੋਧ ਹੋ ਜਾਵੇਗਾ। ਨਿਜ ਪਦ ਉਪਰ ਲਾਗੋ ਧਿਆਨ। ਨਿਜ ਕੀ ਆਪਣੀ ਦਸਮ ਦਵਾਰ ਪਦਵੀ ਉੱਪਰ ਬਿਰਤੀ ਚੜਾਉਣ ਕਰਕੇ ਮੇਰਾ ਧਿਆਨ ਲੱਗ ਗਿਆ ਹੈ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਹਾਂਜੀ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਕਹਿੰਦੇ ਉੱਥੇ ਰਾਜਾ ਰੂਪ ਜਿਹੜਾ ਰਾਮ ਪਰਮਾਤਮਾ ਦਾ ਹੀ ਨਾਮ ਮੇਰੇ ਤਾਈਂ ਬ੍ਰਹਮ ਗਿਆਨ ਦੀ ਪਦਵੀ ਦੇਣ ਵਾਲਾ ਹੈ। ਭਾਵ ਕਿ ਬ੍ਰਹਮ ਦੇ ਦਸਮ ਦਵਾਰ ਰੂਪੀ ਸਥਾਨ ਉੱਤੇ ਰਾਜਾ ਸਰੂਪ ਪਰਮਾਤਮਾ ਦਾ ਨਾਮ ਹੀ ਗਿਆਨ ਦੀ ਪ੍ਰਾਪਤੀ ਕਰਾਉਣ ਵਾਲਾ ਹੈ। ਇਸ ਲਈ ਮੈਂ ਨਾਮ ਦਾ ਅਭਿਆਸ ਕਰਦਾ ਹਾਂ ਜੀ। ਰਹਾਉ। ਵਿਸਰਾਮ ਦੇ ਕੇ ਭਗਤ ਜੀ ਅੱਗੇ ਸਮਝਾਉਂਦੇ ਹਨ। ਮੂਲ ਦੁਆਰੈ ਬੰਧਿਆ ਬੰਦ। ਔਰ ਇਸ ਪ੍ਰਕਾਰ ਕਹਿੰਦੇ ਯੋਗ ਦੇ ਹੋਰ ਸਾਧਨ ਵੀ ਦੱਸੋ। ਜੋਗੀ ਨੇ ਪੁੱਛਣਾ ਕੀਤਾ ਭਗਤ ਕਬੀਰ ਜੀ ਤੋਂ, ਤਾਂ ਭਗਤ ਜੀ ਅੱਗੇ ਫਰਮਾਉਂਦੇ ਹਨ। ਰਬ ਉਪਰ ਮੂਲ ਦੁਆਰੈ ਬੰਧਿਆ ਬੰਦ। ਮੂਲ ਦੁਆਰ ਨੂੰ ਜਿਹੜੀ ਹੈ ਅਪਾਨ ਵਾਯੂ ਜਾਂਦੀ ਸੀ, ਇਸ ਨੂੰ ਖੱਬੀ ਅੱਡੀ ਦਾ ਬੰਨ ਲਾ ਕੇ ਬੰਧਿਆ ਤੋਂ ਭਾਵ ਰੋਕਣਾ ਕੀਤਾ। ਇਸ ਨੂੰ ਮੂਲ ਬੰਧ ਕਹਿੰਦੇ ਹਨ। ਰਬ ਉਪਰ ਗਹਿ ਰੱਖਿਆ ਚੰਦ। ਔਰ ਇਸ ਪ੍ਰਕਾਰ ਕਹਿੰਦੇ ਜਿਹੜੀ ਸੱਜੀ ਅੱਡੀ ਰੱਖ ਕੇ ਜਲੰਧਰ ਬੰਧ ਬੰਨਣਾ ਕਰੇ। ਫਿਰ ਰਬ ਨਾਮ ਸੂਰਜ ਦੀ ਜਿਹੜੀ ਆ ਸੁਰ ਪਿੰਗਲਾ ਉੱਪਰ ਚੰਦ ਚੰਦਰਮਾ ਦੀ ਸੁਰ ਇੜਾ ਨੂੰ ਪਕੜ ਕੇ ਰੱਖੇ। ਭਾਵ ਜਦੋਂ ਸੂਰਜ ਦੀ ਸੁਰ ਨਾਲ ਅੰਦਰ ਗਰਮੀ ਵੱਧ ਜਾਵੇ ਤਦੋਂ ਚੰਦਰਮਾ ਦੀ ਸੁਰ ਖੱਬੀ ਨਾਸਿਕਾ ਦੁਆਰਾ ਪ੍ਰਾਣ ਚੜਾਉਣਾ ਕਰ। ਪੱਛਮ ਦੁਆਰੈ ਸੂਰਜ ਤਪੈ। ਹੋਰ ਪੱਛਮ ਦੁਆਰੈ ਸੂਰਜ ਤਪੈ। ਜਦੋਂ ਅੰਦਰ ਠੰਡ ਵਰਤ ਜਾਵੇ ਤਦੋਂ ਪੱਛਮ ਦੁਆਰ ਹੈ। ਪਿਛਲੇ ਪਾਸੇ ਜਿਹੜੀ ਕੰਗਰੋੜ ਨਾੜੀ ਵਿੱਚੋਂ ਮਿੱਝ ਕੱਢਣ ਵਾਸਤੇ ਸੂਰਜ ਦੀ ਸੱਜੀ ਸੁਰ ਪਿੰਗਲਾ ਨੂੰ ਤਪਾਉਣਾ ਕਰੇ। ਮੇਰ ਡੰਡ ਸਿਰ ਉਪਰ ਬਸੈ। ਮੇਰ ਡੰਡ ਸਿਰ ਉਪਰ ਬਸੈ। ਜਦੋਂ ਮਿੱਝ ਢਲ ਜਾਂਦੀ ਤਦੋਂ ਮੇਰ ਡੰਡ ਕਈ ਕੰਗਰੋੜ ਨਾਲ ਲੱਗੀ ਹੋਈ ਜਿਹੜੀ ਸੁਖਮਨਾ ਨਾੜੀ ਹੈ, ਸੁਖਮਨਾ ਨਾੜੀ ਸਵਾਸ ਖਿੱਚ ਕੇ ਦਸਮ ਦੁਆਰ ਵਿੱਚ ਲੈ ਜਾਂਦੀ ਹੈ। ਫਿਰ ਉਹ ਜੋਗੀ ਸਿਰ ਉੱਪਰ ਭਾਵ ਸਿਰ ਉੱਪਰ ਦਸਮ ਦੁਆਰ ਵਿੱਚ ਵਸਦਾ ਹੈ। ਫਿਰ ਕਬੀਰ ਜੀ ਨੂੰ ਸਵਾਲ ਪੁੱਛਦਾ, ਕਬੀਰ ਜੀ ਦਸਮ ਦੁਆਰ ਕਿੱਥੇ ਹੈ ਜੀ? ਪਛਮ ਦੁਆਰੇ ਕੀ ਸਿਲ ਓੜ। ਪਛਮ ਦੁਆਰੇ ਕਹਿੰਦੇ ਪਿਛਲੇ ਪਾਸੇ ਦੀ ਤਰਫ ਭਾਵ ਪਿਛਲੇ ਪਾਸੇ ਪਿੱਠ ਤੇ ਪਿੱਛੇ ਗਰਦਨ ਕੰਗਰੋੜ ਨਾੜੀ ਦੇ ਉੱਪਰ ਮਿੱਝ ਦੀ ਬੋਟੀ ਰੂਪੀ ਜਿਹੜੀ ਸਿਲਾ ਹੈ। ਤਿਹ ਸਿਲ ਉਪਰ ਖਿੜਕੀ ਔਰ। ਉਹ ਸਿਲਾ ਮਾਸ ਦੀ ਬੋਟੀ ਦੇ ਉੱਪਰ ਜਿੱਥੇ ਗਰਦਨ ਖਤਮ ਹੁੰਦੀ ਹੈ, ਹੋਰ ਛੋਟੀਆਂ ਛੋਟੀਆਂ ਜਿਹੜੀਆਂ ਮਾਸ ਦੀਆਂ ਬੋਟੀਆਂ ਰੂਪ ਖਿੜਕੀਆਂ ਹਨ। ਖਿੜਕੀ ਉਪਰ ਦਸਵਾਂ ਦੁਆਰ। ਉਹਨਾਂ ਮਾਸ ਦੀਆਂ ਛੋਟੀਆਂ ਛੋਟੀਆਂ ਬੋਟੀਆਂ ਰੂਪੀ ਖਿੜਕੀਆਂ ਦੇ ਉੱਪਰ ਦਸਮ ਦੁਆਰ ਹੈ। ਕਹੇ ਕਬੀਰ ਤਾ ਕਾ ਅੰਤ ਨ ਪਾਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਉੱਥੇ ਹਜ਼ਾਰਾਂ ਗੁਣਾ ਪ੍ਰਕਾਸ਼ ਹੀ ਪ੍ਰਕਾਸ਼ ਦਿਸਦਾ ਹੈ।
ਜੋ ਬ੍ਰਹਿਮੰਡ ਵਿੱਚ ਹੈ ਉਹ ਪਿੰਡ ਸਰੀਰ ਵਿੱਚ ਵੀ ਪ੍ਰਤੀਤ ਹੋਣ ਲੱਗ ਪੈਂਦਾ ਹੈ। ਫਿਰ ਉਸ ਦਾ ਪਾਰ ਉਰਾਰ ਜਿਹੜਾ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸੁਣ ਕੇ ਜੋਗੀ ਦਾ ਚਿੱਤ ਪ੍ਰਸੰਨ ਹੋ ਗਿਆ। ਤਦੋਂ ਭਗਤ ਸਾਹਿਬ ਜੀ ਦੇ ਪਾਸ ਇੱਕ ਪ੍ਰੇਮੀ ਆਇਆ। ਉਸਨੇ ਬੇਨਤੀ ਕੀਤੀ ਹੈ, ਭਗਤ ਕਬੀਰ ਜੀ ਸਹਿਜ ਯੋਗ ਬਾਰੇ ਕਥਨ ਕਰੋ। ਤਦ ਭਗਤ ਜੀ ਇਸ ਸ਼ਬਦ ਦੁਆਰਾ ਉਪਦੇਸ਼ ਬਖਸ਼ਦੇ ਹਨ। ਹਾਂਜੀ, ਫੇਰ ਪੜੋ ਇਸ ਸ਼ਬਦ ਨੂੰ। ਸਿਵਕੀ ਪੁਰੀ ਬਸੈ ਬੁੱਧ ਸਾਰ। ਹਾਂਜੀ, ਕਲਿਆਣੂ ਪ੍ਰਮਾਤਮਾ ਦੀ ਜਿਹੜੀ ਸਤ ਸੰਗਤ ਰੂਪੀ ਨਗਰੀ ਵਿੱਚ ਸ੍ਰੇਸ਼ਟ ਬੁੱਧੀ ਵਾਲੇ ਮਹਾਤਮਾ ਜਨ ਵਸਦੇ ਹਨ। ਤਹਿ ਤੁਮ ਮਿਲ ਕੇ ਕਰੋ ਵਿਚਾਰ। ਕਹਿੰਦੇ ਭਾਈ ਉੱਥੇ ਉਹਨਾਂ ਮਹਾਤਮਾ ਦੀ ਸੰਗਤ ਵਿੱਚ ਮਿਲ ਕਰਕੇ ਆਪਣੇ ਆਤਮਾ ਬ੍ਰਹਮ ਸਰੂਪ ਦੀ ਵਿਚਾਰ ਕਰੋ। ਅੱਗੇ ਜਿਹੜਾ ਕਬੀਰ ਜੀ ਨੂੰ ਪੁੱਛਦਾ ਹੈ ਕਿ ਸਤ ਸੰਗਤ ਵਿੱਚ ਕੀ ਲਾਭ ਹੁੰਦਾ ਹੈ। ਈਤ ਊਤ ਕੀ ਸੋਝੀ ਪਰੈ। ਭਾਈ ਜਿਹੜੇ ਸੰਗਤ ਕਰਦੇ ਆ ਨਾ, ਈਤ ਊਤ ਕਹਿੰਦੇ ਲੋਕ ਪਰਲੋਕ ਦੇ ਨੂੰ ਸੋਝੀ ਆ ਜਾਂਦੀ, ਗਿਆਨ ਹੋ ਜਾਂਦਾ ਹੈ। ਕੌਣ ਕਰਮ ਮੇਰਾ ਕਰ ਕਰ ਮਰੈ। ਅਤੇ ਐਸੀ ਸੋਝੀ ਪੈ ਜਾਂਦੀ ਹੈ। ਇਹ ਭਾਵ ਕਿ ਈਤ ਕਹਿੰਦੇ ਹੇਠਾਂ ਭਾਵ ਜੀਵ ਅਤੇ ਉਤਾਂ ਭਾਵ ਈਸ਼ਰ, ਅਰਥਾਤ ਜੀਵ ਇਸ ਦੀ ਏਕਤਾ ਦੀ ਵੀ ਸੋਝੀ ਪੈ ਜਾਂਦੀ ਹੈ। ਨਿਜ ਪਦ ਉਪਰ ਲਾਗੋ ਧਿਆਨ। ਨਿਜ ਪਦ ਕਹਿੰਦੇ ਸਵੈ ਸਰੂਪ ਪਦਵੀ ਦੇ ਉੱਤੇ ਧਿਆਨ ਲੱਗਾ ਹੋਇਆ ਹੈ। ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਰਾਜਾ ਪ੍ਰਕਾਸ਼ ਸਰੂਪ ਪਰਮਾਤਮਾ ਦਾ ਨਾਮ ਮੇਰੇ ਤਾਈਂ ਬ੍ਰਹਮ ਗਿਆਨ ਕਰਾਉਣ ਵਾਲਾ ਹੈ। ਇਸ ਲਈ ਮੈਂ ਪਰਮਾਤਮਾ ਦੇ ਨਾਮ ਦਾ ਹੀ ਅਭਿਆਸ ਕਰਦਾ ਹਾਂ ਜੀ। ਰਹਾਉ ਵਿਸਰਾਮ ਦੇ ਕੇ ਅੱਗੇ ਸਮਝਾਉਂਦੇ ਹਨ। ਮੂਲ ਦੁਆਰੈ ਬੰਦਿਆ ਬੰਦ। ਦੁਆਰਿਆਂ ਵਾਲੇ ਸੰਸਾਰ ਵਿੱਚ ਜੰਮਣ ਮਰਨ ਦਾ ਜਿਹੜਾ ਮੁੱਢ ਮਾਇਆ ਅਵਿਦਿਆ ਵੱਲੋਂ ਮਨ ਨੂੰ ਸਮਦਮ ਸਾਧਨਾ ਵਿਵੇਕ ਰੂਪੀ ਬੰਨ ਪਾ ਕੇ ਬੰਨਣਾ ਕਰੇ। ਰਬ ਉਪਰ ਕਹਿ ਰਾਖਿਆ ਚੰਦ। ਸੂਰਜ ਦੀ ਨਿਆਈ ਤਮੋ ਗੁਣ ਦੇ ਉੱਪਰ, ਚੰਦਰਮਾ ਦੀ ਨਿਆਈ ਸਤੋ ਗੁਣ ਵਿੱਚ ਬਿਰਤੀ ਨੂੰ ਪਕੜ ਕੇ ਰੱਖਣਾ ਕਰੋ। ਪੱਛਮ ਦੁਆਰੈ ਸੂਰਜ ਤਪੈ। ਜਦੋਂ ਦੁਆਰਿਆਂ ਵਾਲੇ ਸਰੀਰ ਦੇ ਅਭਿਮਾਨ ਤੋਂ ਪੱਛਮ ਪਿਛਾਂਹ ਹਟ ਜਾਏ, ਜਦੋਂ ਗਿਆਨ ਰੂਪੀ ਸੂਰਜ ਤਪੈ, ਤਪ ਪ੍ਰਕਾਸ਼ ਹੋਵੇਗਾ। ਮੇਰ ਡੰਡ ਸਿਰ ਉਪਰ ਬਸੈ। ਮੇਰ ਡੰਡ ਪੱਛਮ ਦੁਆਰੈ ਸੂਰਜ ਤਪੈ। ਕਹਿੰਦੇ ਇਸ ਤਰ੍ਹਾਂ ਜਦੋਂ ਪਿਛਾਂਹ ਹਟ ਗਏ ਤਾਂ ਉਦੋਂ ਗਿਆਨ ਰੂਪੀ ਸੂਰਜ ਤਪ ਕੀ ਪ੍ਰਕਾਸ਼ ਪਵੇਗਾ। ਮੇਰ ਡੰਡ ਸਿਰ ਉੱਪਰ ਬਸੈ। ਫਿਰ ਜੋ ਮੇਰ ਡੰਡ, ਲੋਕ ਡੰਡ, ਪਿਤਰ ਡੰਡ ਆਦਿਕਾਂ ਤੋਂ ਜਿਹੜੀ ਸ਼੍ਰੋਮਣੀ ਪਰਮਾਤਮਾ ਹੈ ਨਾ, ਉਸ ਉੱਪਰ ਉਸ ਦਾ ਭੇਦ ਹੋ ਕੇ ਵਸ ਜਾਵੇਗਾ। ਪਛਮ ਦੁਆਰੇ ਕੀ ਸਿਲ ਓੜ। ਦੁਆਰਿਆਂ ਵਾਲੇ ਸਰੀਰ ਦੇ ਅਭਿਮਾਨ ਤੋਂ ਪਿਛਾਂਹ ਹਟ ਕੇ ਉਸ ਦੀ ਆਸਾ ਰੂਪ ਸਿਲਾ ਨੂੰ ਉਡਾਉਣਾ ਕਰੋ। ਤੇ ਸਿਲ ਉਪਰ ਖਿੜਕੀ ਔਰ। ਉਸ ਆਸਾ ਰੂਪੀ ਸਿਲਾ ਉੱਪਰ ਤ੍ਰਿਸ਼ਨਾ ਰੂਪੀ ਇੱਕ ਹੋਰ ਖਿੜਕੀ ਹੈ। ਖਿੜਕੀ ਉਪਰ ਦਸਵਾ ਦੁਆਰ। ਇਹਨਾਂ ਖਿੜਕੀਆਂ ਤੋਂ ਉਪਰਾਮ ਹੋ ਕੇ 9 ਗੋਲਕਾਂ ਦਾ ਪ੍ਰਕਾਸ਼, 10ਵਾਂ ਜੋ ਚੇਤਨ ਹੈ। ਇਸ ਪ੍ਰਕਾਰ ਕਹੇ ਕਬੀਰ ਤਾ ਕਾ ਅੰਤ ਨਾ ਪਾਰ। ਹਾਂਜੀ, ਭਗਤ ਕਬੀਰ ਸਾਹਿਬ ਕਹਿੰਦੇ ਨੇ ਭਾਈ ਉਸ ਚੇਤਨ ਪ੍ਰਭੂ ਦਾ ਪਾਰ ਉਰਾਰ ਕਰਕੇ ਕੋਈ ਅੰਤ ਨਹੀਂ ਪਾ ਸਕਦਾ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਅੱਗੇ ਜਿਵੇਂ ਸਤਿਗੁਰੂ ਕਿਰਪਾ ਕਰਨਗੇ, ਭਗਤ ਕਬੀਰ ਜੀ ਦੇ ਪਾਸ ਇੱਕ ਹੋਰ ਜੋਗੀ, ਇੱਕ ਮੌਲਾਨਾ ਤੇ ਕਾਜੀ ਆਏ। ਉਹਨਾਂ ਨੂੰ ਜਿਵੇਂ ਉਪਦੇਸ਼ ਦਿੰਦੇ ਭਗਤ ਕਬੀਰ ਜੀ, ਉਹ ਪਾਵਨ ਸ਼ਬਦ ਦੇ ਵਿਚਾਰ। ਸੋ ਮੁੱਲਾ ਜੋ ਮਨ ਸਿਓ ਲਰੈ, ਗੁਰ ਉਪਦੇਸ਼ ਕਾਲ ਸਿਓ ਜੁਰੈ। ਇਹ ਪਾਵਨ ਸ਼ਬਦ ਦੇ ਵਿਚਾਰ ਅੱਗੇ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਲੇਖੈ ਕਤਹਿ ਨ ਛੂਟੀਐ। ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਪਛਮ ਦੁਆਰੇ ਕੀ ਸਿਲ ਓੜ। ਤੇ ਸਿਲ ਉਪਰ ਖਿੜਕੀ ਔਰ। ਖਿੜਕੀ ਉਪਰ ਦਸਵਾ ਦੁਆਰ। ਕਹੇ ਕਬੀਰ ਤਾ ਕਾ ਅੰਤ ਨਾ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।